ਤੁਹਾਡੀ ਮਨੋਹਰ ਖੱਟਰ ਹੋਣਾ ਦੇ ਨਾਲ ਵੀ ਮੀਟਿੰਗ ਹੋਈ, ਲੰਬਾ ਟਾਈਮ ਮੀਟਿੰਗ ਚੱਲੀ ਹੈ ਔਰ ਉਸ ਦੇ ਵਿੱਚ ਗੱਲਬਾਤ ਕੀ ਹੋਈ ਉਹਨਾਂ ਦੇ ਨਾਲ? ਕਿਸ ਗਰਾਰੀ ਕਿੱਥੇ ਜਿਹੜੀ ਮੈਂ ਪੁੱਛਾਂ ਪੇਚ ਕਿੱਥੇ ਜੇ ਫਸਿਆ ਰਹਿ ਗਿਆ? ਪਰ ਗੱਲ ਸਿਰੇ ਨਹੀਂ ਚੜੀ। ਗੱਲ ਜਿਹੜੀ ਹੈ ਉਹ ਅੱਧ ਵਿਚਾਲੇ ਲਟਕ ਗਈ ਤੇ ਉੱਥੇ ਸਹਿਮਤੀ ਸਾਡੀ ਨਹੀਂ ਬਣ ਪਾਈ। ਕਿਹੜੀਆਂ ਚੀਜ਼ਾਂ ਤੇ ਮੈਂ ਜੇ ਪੁੱਛਾਂ ਵੀ ਸਰਕਾਰ ਸਹਿਮਤੀ ਜਤਾਉਂਦੀ ਨਜ਼ਰ ਆ ਰਹੀ ਹੈ? ਜੇ ਹਰਿਆਣਾ ਸਰਕਾਰ ਦਾ ਮੈਂ ਪੁੱਛਾਂ ਤਾਂ ਬਸ ਉਹ ਸਹਿਮਤੀ ਬਣ ਨਹੀਂ ਪਾਈ ਤੇ ਸਹਿਮਤੀ ਬਣ ਨਹੀਂ ਪਾਈ, ਉੱਠ ਕੇ ਆ ਗਏ। ਕੋਈ ਮਤਲਬ ਕੋਈ ਉਹ ਨਹੀਂ, ਨਾ ਕੋਈ ਤਨਾਤਨੀ ਹੋਈ, ਨਾ ਕੋਈ ਮਿੱਤਰਤਾ ਹੋਈ। ਠੀਕ ਜੇ ਮਾਹੌਲ 'ਚ ਗੱਲ ਦੇਖੋ, ਪਰਚਿਆਂ ਦੇ ਬਿਨਾਂ ਤੇ ਉੱਠ ਹੀ ਨਹੀਂ ਸਕਦੇ। ਪਰਚੇ ਵਾਪਸ ਹੋਣ ਤੋਂ ਬਿਨਾਂ ਤੇ ਕੇਸ ਵਾਪਸੀ ਬਿਨਾਂ ਤੇ ਉੱਠ ਹੀ ਨਹੀਂ ਸਕਦੇ। ਜੇ ਇੱਕ ਕੇਸ ਰਹਿ ਗਿਆ ਤਾਂ ਵੀ ਨਹੀਂ ਉੱਠ ਸਕਦੇ। ਗਏ ਮਨੋਹਰ ਖੱਟਰ ਉਹਨਾਂ ਨੇ ਤੁਹਾਨੂੰ ਇਹ ਨਹੀਂ ਕਿਹਾ ਯਾਰ ਪਤਲਾ ਜਿਹਾ ਬੰਦਾ ਵਕਤ ਪਾਈ ਫਿਰਦਾ? ਕਿਉਂਕਿ ਇਹ ਤੇ ਨਹੀਂ ਕਹਿੰਦਾ ਮੇਰੇ ਕੋਲ ਭੁੱਲਿਆ ਜਾਂਦਾ ਜਿਹੜਾ ਤੁਸੀਂ ਮੇਰੇ ਨਾਲ ਕੀਤੀ ਹੈ। ਮੈਂ ਕਿਹਾ ਜੀ ਮੁੜ ਕੇ ਤੁਸੀਂ ਲੈ ਕੇ ਆ ਜਾਓ, ਫਿਰ ਆਪਾਂ ਨਹੀਂ ਛੱਡਾਂਗੇ ਤੁਹਾਨੂੰ, ਆਪੇ ਭੁੱਲ ਜਾਓਗੇ। ਅੰਦੋਲਨ ਨੂੰ ਲੈ ਕੇ ਅੰਦੋਲਨ ਕਿੰਨੇ ਦਿਨ ਤੁਹਾਨੂੰ ਲੱਗਦਾ ਕਿ ਹੋਰ ਚੱਲੇਗਾ? ਫਿਰ ਕੀ ਸਰਕਾਰ ਦੀ ਬਾਡੀ ਲੈਂਗੁਏਜ ਤੋਂ ਤੁਹਾਨੂੰ ਪਤਾ ਲੱਗ ਗਿਆ ਹੋਣਾ, ਖੱਟਰ ਉਹਨਾਂ ਦੀ ਬਾਡੀ ਲੈਂਗੁਏਜ ਤੋਂ ਪਤਾ ਲੱਗ ਗਿਆ ਹੋਣਾ, ਜਾਂ ਗੱਲਬਾਤ ਤੋਂ ਪਤਾ ਲੱਗ ਗਿਆ ਹੋਣਾ? 4 ਮੰਗਾਂ ਸੀ, ਪਰਚੇ ਵਾਪਸ ਕਰਨ ਦੀ ਸੀ, ਮੁਆਵਜ਼ੇ ਦੀ ਸੀ, ਜਾਂ ਜਿਹੜਾ ਮਤਲਬ ਜਿਹੜੇ ਉਹਨਾਂ ਦੇ ਵਾਰਸ ਨੇ, ਸ਼ਹੀਦਾਂ ਦੇ ਵਾਰਸ, ਉਹਨਾਂ ਨੂੰ ਨੌਕਰੀ ਦੀ ਸੀ, ਸ਼ਹੀਦ ਸਮਾਰਕ ਵਾਸਤੇ ਜਗ੍ਹਾ ਲੈਣ ਦੀ ਸੀ। ਇਹ 3-4 ਮੰਗਾਂ ਹੈ ਸੀਆਂ। ਖੇਤੀਬਾੜੀ ਕਾਨੂੰਨ ਰੱਦ ਹੋ ਗਏ ਨੇ ਤੇ ਇਹ ਚਰਚਾ ਸੀ ਕਿ 4 ਦਸੰਬਰ ਨੂੰ ਕਿਸਾਨਾਂ ਵੱਲੋਂ ਮੀਟਿੰਗ ਕਰਕੇ ਐਲਾਨ ਕਰ ਦਿੱਤਾ ਜਾਏਗਾ ਕਿ ਅੰਦੋਲਨ ਖਤਮ ਕਰ ਦਿੱਤਾ ਜਾ ਰਿਹਾ ਹੈ ਤੇ ਘਰ ਵਾਪਸੀ ਦਾ ਵੀ ਐਲਾਨ ਕਰ ਦਿੱਤਾ ਜਾਏਗਾ। ਇਸ ਚੀਜ਼ ਦੀ ਚਰਚਾ ਸੀ, ਪਰ ਮੀਟਿੰਗ ਕੀਤੀ ਕਿਸਾਨਾਂ ਨੇ, ਹੋਰ ਮੁੱਦਿਆਂ ਤੇ ਵੀ ਚਰਚਾ ਹੋਈ, ਪਰ ਅੰਦੋਲਨ ਅਜੇ ਕਈ ਦਿਨ ਜਾਰੀ ਰਹੇਗਾ। ਪਰ ਇੱਕ ਜੋ ਕਮੇਟੀ ਬਣੇਗੀ ਉਸ ਨੂੰ ਲੈ ਕੇ ਜੋ ਕਿਸਾਨਾਂ ਨੇ ਆਪਣੇ ਵੱਲੋਂ ਨੋਮੀਨੇਟ ਕੀਤੇ ਨੇ 5 ਮੈਂਬਰ, ਉਹਨਾਂ ਦੇ ਮੈਂਬਰ ਗੁਰਨਾਮ ਸਿੰਘ ਚੜੂਨੀ ਵੀ ਨੇ, ਇੱਕ ਨਾਮ ਗੁਰਨਾਮ ਸਿੰਘ ਚੜੂਨੀ ਵੀ ਨੇ। ਗੱਲਬਾਤ ਕਰਦੇ ਹਾਂ ਚੜੂਨੀ ਸਾਹਿਬ ਸਾਡੇ ਨਾਲ ਨੇ। ਚੜੂਨੀ ਸਾਹਿਬ, ਲੰਬਾ ਟਾਈਮ ਮੀਟਿੰਗ ਚੱਲੀ ਔਰ ਕਿਸ ਤਰ੍ਹਾਂ ਦੇਖਦੇ ਹੋ, ਕੀ ਵਿਚਾਰ ਚਰਚਾ ਹੋਈ, ਨਤੀਜਾ ਨਿਕਲਿਆ ਕੀ ਹੈ ਮੀਟਿੰਗ ਦੇ ਵਿੱਚੋਂ? ਇਹ ਕਮੇਟੀ ਉਸ ਵਾਸਤੇ ਨਹੀਂ ਬਣੀ ਜਿਹੜੀ ਉਹਨਾਂ ਨੇ MSP ਵਾਸਤੇ ਕਮੇਟੀ ਮੰਗੀ ਸੀ, MSP ਵਾਸਤੇ ਨਾ ਮੰਗੇ ਸੀ, ਉਸ ਵਾਸਤੇ ਇਹ ਕਮੇਟੀ ਨਹੀਂ ਬਣੀ। ਇਹ ਕਮੇਟੀ ਤੇ ਬਣੀ ਹੈ ਵੀ ਜਿਹੜੇ ਮੁੱਦੇ ਇਹੋ ਜਿਹੇ ਨੇ ਜਿਹੜੇ ਸਰਕਾਰ ਦੇ ਨਾਲ ਡਿਸਕਸ ਕਰਨ ਵਾਲੇ ਨੇ, ਉੱਠਣ ਤੋਂ ਪਹਿਲਾਂ ਜਿਹੜੇ ਸਰਕਾਰ ਦੇ ਨਾਲ ਕੋਈ ਗੱਲਬਾਤ ਕਰਨ ਵਾਸਤੇ ਕਮੇਟੀ, ਕੇਂਦਰ ਸਰਕਾਰ ਦੇ ਨਾਲ ਗੱਲਬਾਤ ਕਰਨ ਵਾਸਤੇ ਜਿਹੜੇ ਮੁੱਦੇ ਪੈਂਡਿੰਗ ਨੇ, ਜਿਨ੍ਹਾਂ ਨੂੰ ਮਨਵਾ ਕੇ ਹੀ ਉੱਠ ਸਕਦੇ ਆ, ਉਹਨਾਂ ਮੁੱਦਿਆਂ ਤੇ ਗੱਲ ਕਰਨ ਵਾਸਤੇ ਕਮੇਟੀ ਬਣਾਈ ਹੈ। ਜਿਵੇਂ ਮੁਕੱਦਮੇ ਨੇ ਅਲੱਗ ਸਟੇਟਾਂ 'ਚ ਨੇ, ਜਾਂ ਸੈਂਟਰ ਦੇ, ਰੇਲਵੇ ਦੇ, ਦਿੱਲੀ ਦੇ ਉਹ ਨੇ, ਜਾਂ ਫਿਰ ਜਿਹੜੇ ਸ਼ਹੀਦ ਨੇ ਉਹਨਾਂ ਦਾ ਮੁਆਵਜ਼ਾ, ਜਾਂ ਕੋਈ ਹੋਰ ਚੀਜ਼ ਕੋਈ ਵਿੱਚ ਨੂੰ ਕੋਈ ਰਹਿ ਜਾਂਦੀ ਹੈ, ਉਹਨਾਂ ਸਾਰੀ ਚੀਜ਼ਾਂ ਤੇ ਗੱਲ ਕਰਨ ਵਾਸਤੇ ਇਹ ਕਮੇਟੀ ਬਣਾਈ ਹੈ। ਵੀ ਸਰਕਾਰ ਕੋਲ ਵੀ ਇੱਕ ਰਸਤਾ ਹੋਵੇ ਵੀ ਆਪਾਂ ਕਿਹਦੇ ਨਾਲ ਗੱਲ ਕਰੀਏ, ਤੇ ਸਾਡੇ ਕੋਲ ਵੀ ਇੱਕ ਰਸਤਾ ਹੋਵੇ ਵੀ ਥੋੜੇ ਲੋਕ ਆਪਣਾ ਛੇਤੀ ਸਲਾਹ ਕਰਕੇ ਕੋਈ ਗੱਲ ਕਰ ਸਕਦੇ ਨੇ, ਤੇ ਇਸ ਵਾਸਤੇ ਕਮੇਟੀ ਅੱਜ ਬਣਾਈ ਗਈ ਹੈ। ਠੀਕ ਹੈ, ਅੰਦੋਲਨ ਖਤਮ ਕਰਨ ਨੂੰ ਲੈ ਕੇ ਚਰਚਾ ਸੀ ਕਿ ਅੰਦੋਲਨ ਖਤਮ ਹੋ ਜਾਏਗਾ, ਪਰ ਤੁਹਾਡੀ ਮਨੋਹਰ ਖੱਟਰ ਹੋਣਾ ਦੇ ਨਾਲ ਵੀ ਮੀਟਿੰਗ ਹੋਈ, ਲੰਬਾ ਟਾਈਮ ਮੀਟਿੰਗ ਚੱਲੀ ਹੈ ਔਰ ਉਸ ਦੇ ਵਿੱਚ ਗੱਲਬਾਤ ਕੀ ਹੋਈ ਉਹਨਾਂ ਦੇ ਨਾਲ? ਕਿਸ ਗਰਾਰੀ ਕਿੱਥੇ ਜਿਹੜੀ ਮੈਂ ਪੁੱਛਾਂ ਪੇਚ ਕਿੱਥੇ ਜੇ ਫਸਿਆ ਰਹਿ ਗਿਆ? ਨਹੀਂ, ਜਿਹੜੀ ਖੱਟਰ ਸਾਹਿਬ ਨਾਲ ਕੱਲ ਮੀਟਿੰਗ ਹੋਈ ਹੈ ਉਹ ਚੰਗੇ ਮਾਹੌਲ 'ਚ ਹੋਈ ਹੈ। ਇੰਨਾ ਹੈ ਬਈ ਤੂੰ ਤੜਕ ਨਹੀਂ ਹੋਈ, ਚੰਗੇ ਮਾਹੌਲ 'ਚ ਹੋਈ ਹੈ, ਪਰ ਗੱਲ ਸਿਰੇ ਨਹੀਂ ਚੜੀ। ਗੱਲ ਜਿਹੜੀ ਹੈ ਉਹ ਅੱਧ ਵਿਚਾਲੇ ਲਟਕ ਗਈ ਤੇ ਉੱਥੇ ਸਹਿਮਤੀ ਸਾਡੀ ਨਹੀਂ ਬਣ ਪਾਈ, ਤੇ ਹੋ ਸਕਦਾ ਉਹ ਵੀ ਕੋਈ ਦੁਬਾਰੇ ਗੱਲ ਕਰਨ, ਜਾਂ ਕੋਈ ਜੋ ਵੀ ਕੋਈ ਕਿੱਥੇ ਜੇ ਫਸਿਆ ਰਹਿ ਗਿਆ। ਕਿੰਨੀਆਂ ਕੁ ਮੰਗਾਂ ਤੇ ਸਹਿਮਤੀ? ਕਹਿੰਦੇ ਕਿ ਪਰਚੇ ਵਾਪਸ ਕਰਨ ਨੂੰ ਲੈ ਕੇ ਸਹਿਮਤ ਹੈ ਸਰਕਾਰ। ਮਿਲਾ ਕੇ ਤੇ ਸੀ ਕਿ ਵੀ 3-4 ਮੰਗਾਂ ਸੀ, ਪਰਚੇ ਵਾਪਸ ਕਰਨ ਦੀ ਸੀ, ਮੁਆਵਜ਼ੇ ਦੀ ਸੀ, ਜਾਂ ਜਿਹੜਾ ਮਤਲਬ ਜਿਹੜੇ ਉਹਨਾਂ ਦੇ ਵਾਰਸ ਨੇ, ਸ਼ਹੀਦਾਂ ਦੇ ਵਾਰਸ, ਉਹਨਾਂ ਨੂੰ ਨੌਕਰੀ ਦੀ ਸੀ, ਸ਼ਹੀਦ ਸਮਾਰਕ ਵਾਸਤੇ ਜਗ੍ਹਾ ਲੈਣ ਦੀ ਸੀ। ਇਹ 3-4 ਮੰਗਾਂ ਹੈ ਸੀਆਂ, ਪਰ ਕੁੱਲ ਮਿਲਾ ਕੇ ਇਹ ਹੈ ਕਿ ਸਹਿਮਤੀ ਨਹੀਂ ਬਣ ਪਾਈ ਤੇ ਉਹ ਫੈਸਲਾ ਨਹੀਂ ਹੋ ਪਾਇਆ। ਇਸ ਕਰਕੇ ਉਹ ਗੱਲ ਪੈਂਡਿੰਗ ਰਹਿ ਗਈ। ਕਿਹੜੀਆਂ ਚੀਜ਼ਾਂ ਤੇ ਮੈਂ ਜੇ ਪੁੱਛਾਂ ਵੀ ਸਰਕਾਰ ਸਹਿਮਤੀ ਜਤਾਉਂਦੀ ਨਜ਼ਰ ਆ ਰਹੀ ਹੈ? ਜੇ ਹਰਿਆਣਾ ਸਰਕਾਰ ਦਾ ਮੈਂ ਪੁੱਛਾਂ ਤਾਂ ਨਹੀਂ, ਉਹ ਕੋਈ ਜ਼ਿਆਦਾ ਲੰਬੀ ਚੌੜੀ ਦੱਸਣ ਵਾਲੀ ਗੱਲ ਨਹੀਂ ਹੈ ਵੀ ਕਿਹੜੀ ਤੋਂ ਤਿਆਰ ਹੈ, ਕਿਹੜੀ ਤਾਂ ਨਹੀਂ ਤਿਆਰ, ਪਰ ਕੁੱਲ ਮਿਲਾ ਕੇ ਇਹ ਹੈ ਵੀ ਗੱਲ ਜਿਹੜੀ ਹੈ ਉਹ ਸਿਰੇ ਨਹੀਂ ਚੜੀ, ਉਹ ਪੈਂਡਿੰਗ ਰਹੇਗੀ। ਲੱਗ ਜੂਗੀ ਸਿਰੇ? ਉਮੀਦ ਹੈ ਸਿਰੇ ਲੱਗ ਜਾਏਗੀ। ਹੋਰ ਮੀਟਿੰਗਾਂ ਹੋਣ ਦੇ ਅਸਾਰ ਹੈ? ਹੋ ਸਕਦਾ ਹੈ ਇੱਕ ਅੱਧੇ ਮੀਟਿੰਗ ਹੋਰ ਬੁਲਾ ਲੈਣ, ਪਰ ਉਹ ਅਸਾਰ ਹੈ ਕਿ ਵੀ ਫੈਸਲਾ ਹੋ ਜਾਏਗਾ। ਕਿਉਂਕਿ ਪਹਿਲਾਂ ਤੁਹਾਡੀਆਂ ਮੀਟਿੰਗਾਂ ਕੇਂਦਰ ਸਰਕਾਰ ਦੇ ਨਾਲ ਹੁੰਦੀਆਂ ਰਹੀਆਂ ਕਾਨੂੰਨ ਰੱਦ ਕਰਨ ਨੂੰ ਲੈ ਕੇ,
ਔਰ ਅਮੈਂਡਮੈਂਟ ਨੂੰ ਲੈ ਕੇ ਚਰਚਾ ਹੁੰਦੀ ਰਹੀ। ਪਹਿਲਾਂ ਚੰਗੇ ਮਾਹੌਲ 'ਚ ਹੁੰਦੀ ਰਹੀ ਮੀਟਿੰਗ, ਬਾਅਦ ਫਿਰ ਬ੍ਰੇਕ ਇਹੋ ਜਿਹਾ ਲੱਗਿਆ ਕਿ ਬ੍ਰੇਕ ਟੁੱਟਿਆ ਹੀ ਨਹੀਂ, ਪਰ ਕਾਨੂੰਨ ਹੀ ਰੱਦ ਕਰ ਦਿੱਤੇ ਪ੍ਰਧਾਨ ਮੰਤਰੀ ਹੁਣਾਂ ਨੇ। ਚਲੋ ਇੱਕ ਚੰਗਾ ਫੈਸਲਾ ਲਿਆ, ਪਰ ਤੁਹਾਨੂੰ ਲੱਗਦਾ ਕਿ ਜਿੱਦਾਂ ਸਟੈਪ ਵਧਾਏ ਨੇ ਅੱਗੇ, ਡੇ ਬਾਈ ਡੇ ਪ੍ਰੋਗਰੈਸ ਹੁੰਦੀ ਰਹੀ ਔਰ ਬਹੁਤ ਜਲਦੀ ਪਿੱਛੇ ਡਿਵੈਲਪਮੈਂਟਸ ਹੋਈਆਂ ਨੇ, ਕਾਨੂੰਨ ਰੱਦ ਹੋਏ, ਫਿਰ ਐਲਾਨ ਕੀਤਾ ਪ੍ਰਧਾਨ ਮੰਤਰੀ ਨੇ, ਫਿਰ ਉਹਨਾਂ ਨੇ ਲੋਕ ਸਭਾ ਰਾਜ ਸਭਾ ਦੇ ਵਿੱਚ ਰੱਦ ਕਰ ਦਿੱਤੇ, ਔਰ ਉਸੇ ਤਰ੍ਹਾਂ ਤੁਹਾਨੂੰ ਲੱਗਦਾ ਕਿ ਬਹੁਤ ਜਲਦੀ ਚੀਜ਼ਾਂ ਹੋਣਗੀਆਂ ਹੁਣ? ਮੈਨੂੰ ਇਹ ਲੱਗਦਾ ਹੈ ਕਿ ਜਿਵੇਂ ਪਹਿਲਾਂ ਸ਼ੁਰੂ ਚ ਮੀਟਿੰਗਾਂ ਹੋਈਆਂ ਸੀ ਨਾ, ਉਹਨਾਂ ਚ ਕੋਈ ਡਿਵੈਲਪਮੈਂਟ ਹੈ ਨਹੀਂ ਸੀ, ਉਹਨਾਂ ਚ ਮਾਹੌਲ ਵੀ ਜ਼ਿਆਦਾ ਕੋਈ ਚੰਗੇ ਮਾਹੌਲ ਚ ਸਰਕਾਰ ਵੀ ਨਹੀਂ ਆਈ। ਪਰ ਹੁਣ ਜਿਹੜਾ ਢਿੱਲੀ ਬੋਲ ਰਹੀ ਹੈ, ਹੁਣ ਤਾਂ ਸਾਰੇ ਹੀ ਢਿੱਲੇ ਹੋ ਰਹੇ ਨੇ, ਤੇ ਠੀਕ ਮਾਹੌਲ ਚ ਗੱਲ ਹੋਈ। ਕੀ ਕਿਹਾ ਫਿਰ ਉਦੋਂ ਉਹਨਾਂ ਨੇ? ਕੋਈ ਆਪਦੇ ਵੱਲੋਂ ਮੀਟਿੰਗ ਖਤਮ ਕਰਨ ਲੱਗਿਆ ਕੋਈ ਗੱਲ ਤਾਂ ਕਹੀ ਹੋਣੀ ਹੈ? ਨਾ ਕੋਈ ਵਿਸ਼ੇਸ਼ ਗੱਲ ਨਹੀਂ, ਬਸ ਉਹ ਸਹਿਮਤੀ ਬਣ ਨਹੀਂ ਪਾਈ ਤੇ ਸਹਿਮਤੀ ਬਣ ਨਹੀਂ ਪਾਈ, ਉੱਠ ਕੇ ਆ ਗਏ। ਕੋਈ ਮਤਲਬ ਕੋਈ ਉਹ ਨਹੀਂ, ਨਾ ਕੋਈ ਤਨਾਤਨੀ ਹੋਈ, ਨਾ ਕੋਈ ਮਿੱਤਰਤਾ ਹੋਈ, ਠੀਕ ਜੇ ਮਾਹੌਲ 'ਚ ਗੱਲ ਹੋਈ। ਚਾਹ ਦਾ ਪਿਆਲਾ ਸਾਂਝਾ ਹੋ ਗਿਆ ਸੀ? ਹਾਂ, ਚਾਹ ਦਾ ਪਿਆਲਾ ਸਾਂਝਾ ਹੋ ਗਿਆ ਜੀ। ਹੁਣ ਚਾਹ ਦੇ ਪਿਆਲੇ ਸਾਂਝੇ ਹੋਣ ਲੱਗੇ ਤਾਂ ਹੁਣ ਗੱਲ ਬਣ ਜੂਗੀ ਲੱਗਦਾ। ਨਹੀਂ, ਐਕਚੁਅਲੀ ਆ ਜਿਹੜਾ ਚਾਹ ਚੋਹ ਦਾ ਪਿਆਲੇ ਵਾਲੀ ਗੱਲ ਹੈ ਨਾ, ਇਹ ਤੇ ਬੰਦਾ ਆਪਣੇ ਕਰਮ ਦਾ ਖਾਂਦਾ ਹੈ, ਕਿੱਥੇ ਬਹਿ ਕੇ ਖਾਏਗਾ ਇਹ ਨਹੀਂ ਪਤਾ, ਪਰ ਜਿੱਥੇ ਬਹਿ ਕੇ ਵੀ ਖਾਏਗਾ, ਜੇ ਤੁਸੀਂ ਮੇਰੇ ਘਰ ਆਓਗੇ ਜਾਂ ਮੈਂ ਤੁਹਾਡੇ ਘਰ ਜਾਵਾਂਗਾ, ਖਾਵਾਂਗੇ ਆਪਾਂ ਆਪਣੇ ਕਰਮ ਦਾ ਹੀ, ਖਾਈਏ ਭਾਵੇਂ ਕਿਤੇ ਜਾ ਕੇ। ਠੀਕ ਹੈ, ਅੰਦੋਲਨ ਨੂੰ ਲੈ ਕੇ ਰਣਨੀਤੀ ਕੀ ਹੈ? ਜੇ ਮੈਂ ਪੁੱਛਾਂ, ਹੁਣ ਪਿਛਲੇ ਦਿਨੀ ਤੁਸੀਂ ਕਹਿ ਰਹੇ ਸੀ ਕਿ ਪੰਜਾਬ ਦੇ ਆਗੂ ਕੁਝ ਇਸ ਤਰ੍ਹਾਂ ਕਰ ਰਹੇ, ਉਹ ਠੀਕ ਹੋ ਗਈਆਂ ਚੀਜ਼ਾਂ? ਕਿਉਂਕਿ ਅੱਜ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਹੋਈ, ਲੰਬਾ ਸਮਾਂ ਮੀਟਿੰਗ ਚੱਲੀ ਹੈ ਔਰ ਚੀਜ਼ਾਂ ਠੀਕ ਹੋ ਰਹੀਆਂ ਨੇ। ਮੈਨੂੰ ਲੱਗਦਾ ਜਿਵੇਂ ਕੋਈ ਤਣਾਅ ਜਿਹਾ ਘੱਟ ਹੁੰਦਾ ਹੈ, ਉਹ ਚੀਜ਼ ਹੋ ਰਹੀ ਹੈ, ਤੇ 7 ਤਰੀਕ ਨੂੰ ਮੀਟਿੰਗ ਰੱਖੀ ਹੈ, ਤੇ 7 ਤੱਕ ਦਾ ਰਿਜ਼ਲਟ ਕੀ ਆਏਗਾ ਉਹ ਦੇਖਾਂਗੇ। ਜਗਜੀਤ ਸਿੰਘ ਡੱਲੇਵਾਲ ਹੋਣੀ, ਬਲਵੀਰ ਸਿੰਘ ਰਾਜੇਵਾਲ ਹੋਣੀ, ਜੋਗਿੰਦਰ ਸਿੰਘ ਉਗਰਾਹਾਂ ਹੋਣੀ, ਜਾਂ ਹੋਰ ਜਿੰਨੇ ਵੀ ਕਿਸਾਨ ਲੀਡਰ ਨੇ, ਭਾਵੇਂ ਰਾਕੇਸ਼ ਟਿਕੈਤ ਹੋਣ ਜਾਂ ਹਰਿੰਦਰ ਲੱਖੋਵਾਲ ਹੋਣ ਪੰਜਾਬ ਵਾਲੇ, ਇਹਨਾਂ ਨਾਲ ਗੱਲਬਾਤ ਹੋ ਰਹੀ ਹੈ? ਤੁਹਾਡੀ ਲੂਪ ਦੇ ਵਿੱਚ ਹੈਗੇ ਆ ਵੀ ਅੱਗੇ ਕੀ ਕਰਨਾ ਹੈ, ਕਿਸ ਤਰੀਕੇ ਨਾਲ ਅੱਗੇ ਵਧਾਉਣਾ? ਮੇਰੀ ਕੋਈ ਇਸ ਤਰ੍ਹਾਂ ਇਕੱਲੇ ਨਾਲ ਕੋਈ ਜ਼ਿਆਦਾ ਗੱਲਬਾਤ ਨਹੀਂ ਹੋਈ, ਮੀਟਿੰਗ ਦੇ ਵਿੱਚ ਹੀ ਹੋਈ ਜਿਹੜੀ ਹੋਈ। ਅੱਜ ਦੀ ਮੀਟਿੰਗ 'ਚ ਮਾਹੌਲ ਕਿਹੋ ਜਿਹਾ ਸੀ? ਕੀ ਗੱਲਬਾਤ ਹੋਈ ਫਿਰ? ਨਾਰਮਲ ਸੀ, ਕੋਈ ਜ਼ਿਆਦਾ ਤਣਾਤਣੀ ਨਹੀਂ ਹੋਈ। ਮਤਲਬ ਮੇਨਲੀ ਪਰਚਿਆਂ ਨੂੰ ਲੈ ਕੇ ਜਿਹੜਾ ਪੇਚ ਫਸਿਆ, ਉਹਦੇ ਤੇ ਬਾਕੀ ਜਥੇਬੰਦੀਆਂ ਦਾ ਸਟੈਂਡ ਕੀ ਹੈ, ਇਹ ਜ਼ਰੂਰ ਇੱਕ ਵਾਰ ਦੱਸਿਓ, ਕਿਉਂਕਿ ਤੁਸੀਂ ਤਾਂ ਮੀਟਿੰਗ 'ਚ ਮੌਜੂਦ ਰਹਿੰਦੇ ਹੋ, ਲੀਡ ਕਰ ਰਹੇ ਹੋ ਹਰਿਆਣਾ ਨੂੰ। ਦੇਖੋ, ਪਰਚਿਆਂ ਦੇ ਬਿਨਾਂ ਤੇ ਉੱਠ ਹੀ ਨਹੀਂ ਸਕਦੇ, ਪਰਚੇ ਵਾਪਸ ਹੋਣ ਤੋਂ ਬਿਨਾਂ ਤੇ, ਕੇਸ ਵਾਪਸੀ ਬਿਨਾਂ ਤੇ ਉੱਠ ਹੀ ਨਹੀਂ ਸਕਦੇ। ਜੇ ਇੱਕ ਕੇਸ ਰਹਿ ਗਿਆ ਤਾਂ ਵੀ ਨਹੀਂ ਉੱਠ ਸਕਦੇ, ਠੀਕ ਹੈ? ਉਹ ਤੇ ਹੈ ਬੜਾ ਕਲੀਅਰ, ਉਹਦੇ ਤੇ ਸਾਰੇ ਰਾਜੀ ਹੈ, ਸਾਰੇ ਇੱਕ ਮਤ ਹੈ। ਬਾਕੀ ਐਮਐਸਪੀ ਦੇ ਕੋਈ ਇਹ ਕਹਿੰਦਾ ਜੀ ਕਰਵਾ ਕੇ ਉੱਠੋ, ਕੋਈ ਕਹਿੰਦਾ ਕਮੇਟੀ ਬਣਾ ਦਿਓ, ਕੋਈ ਉਸ ਤੇ ਕਈ ਮਤ ਹੋ ਸਕਦੇ ਨੇ, ਪਰਚਿਆਂ ਦੇ ਸਾਰੇ ਇੱਕ ਮਤ ਹੈ। ਪਰਚਿਆਂ ਵਾਲਾ ਮਸਲਾ ਹੋ ਜੇ, ਐਮਐਸਪੀ ਤੇ ਕਮੇਟੀ ਬਣ ਜੇ, ਤਾਂ ਅੰਦੋਲਨ ਖਤਮ ਕਰਨ ਦਾ ਫੈਸਲਾ ਹੋ ਵੀ ਹਾਂ, ਫਿਰ ਸ਼ਾਇਦ ਖਤਮ ਹੋ ਜਾਏਗਾ। ਬਾਕੀ ਤਾਂ 7 ਤਰੀਕ ਦੀ ਮੀਟਿੰਗ ਦੇ ਵਿੱਚ ਗੱਲ ਹੋਏਗੀ। ਤੁਹਾਨੂੰ ਕੀ ਲੱਗਦਾ, ਜਿੱਦਾਂ ਪਿਛਲੇ ਦਿਨ ਤੁਸੀਂ ਕਹਿ ਰਹੇ ਸੀਗੇ, ਉਹ ਚੀਜ਼ਾਂ ਵੀ ਦੂਰ ਹੋ ਗਈਆਂ? ਕੁਝ ਇੱਕ ਆਗੂ ਕਹਿ ਰਹੇ ਸੀ ਕਿ ਚੱਲੀਏ ਇਸ ਚੀਜ਼ ਨੂੰ ਲੈ ਕੇ, ਉਹ ਵੀ ਹੁਣ ਥੋੜਾ ਜਿਹਾ ਕਾਬੂ 'ਚ ਹੈ, ਕਾਬੂ 'ਚ ਥੋੜਾ ਜਿਹਾ। ਠੀਕ ਹੈ, ਪਿਛਲੇ ਦਿਨੀ ਤੁਸੀਂ ਚਰਚਾ ਆਪਾਂ ਕਰ ਰਹੇ ਸੀ, ਜਦੋਂ ਤੁਸੀਂ ਕਹਿ ਰਹੇ ਸੀਗੇ ਕਿ ਬਸ ਇਸ ਤੋਂ ਬਾਅਦ ਮਿਸ਼ਨ ਪੰਜਾਬ ਚਲਾਉਣਾ ਹੈ, ਔਰ ਤੁਹਾਨੂੰ ਵੀ ਲੱਗਦਾ ਹੋਣਾ ਕਿ ਅੰਦੋਲਨ ਜਲਦੀ ਖਤਮ ਕਰਕੇ ਮਿਸ਼ਨ ਪੰਜਾਬ ਦੀ ਤਿਆਰੀ ਕਰਨੀ ਹੈ? ਨਹੀਂ, ਮੈਨੂੰ ਕੋਈ ਛੇਤੀ ਨਹੀਂ ਖਤਮ ਕਰਨ ਦੀ ਛੇਤੀ ਤਾਂ ਬਾਕੀਆਂ ਨੂੰ ਹੋ ਸਕਦੀ ਹੈ। ਮੇਰੇ ਵੱਲ ਤੋਂ ਇੰਨਾ ਮੈਂ ਟੈਨਸ਼ਨ ਨਹੀਂ ਰੱਖਦਾ ਹੁੰਦਾ ਬਹੁਤੀ ਲੰਬੀ ਚੌੜੀ। ਜਿੱਦਣ ਖਤਮ ਹੋ ਜਾਏਗਾ ਪੋਸਟ, ਉਸ ਤੋਂ ਬਾਅਦ ਚਲਾਵਾਂਗੇ। ਉਹ ਤਾਂ ਚੱਲ ਰਿਹਾ, ਉਹ ਤਾਂ ਬੰਦੇ ਸਾਡੇ ਟੀਮਾਂ ਲੱਗੀਆਂ ਨੇ, ਹੁਣ ਵੀ ਲੱਗੀਆਂ ਨੇ, ਤੇ ਉਹਦੇ ਪਾਰਟੀ ਅਨਾਉਂਸ ਦੀ ਕਰਨ ਦੀ ਗੱਲ ਹੈ ਵੀ ਜਿੱਦਣ ਇਹ ਖਤਮ ਹੋਏਗਾ ਪਾਰਟੀ ਅਨਾਉਂਸ ਉਸ ਤੋਂ ਬਾਅਦ ਕਰਾਂਗੇ। ਪਾਰਟੀ ਉਦੋਂ ਤੱਕ ਅਨਾਉਂਸ ਨਹੀਂ ਕਰੋਗੇ ਜਦੋਂ ਤੱਕ ਅੰਦੋਲਨ ਚੱਲਦਾ ਰਹੇ? ਹਾਂ, ਪਾਰਟੀ ਉਦੋਂ ਤੱਕ ਅਨਾਉਂਸ ਨਹੀਂ ਕਰਾਂਗੇ। ਤੁਸੀਂ ਉਦੋਂ ਗਏ ਮਨੋਹਰ ਲਾਲ ਖੱਟਰ ਉਹਨਾਂ ਨੇ ਤੁਹਾਨੂੰ ਇਹ ਨਹੀਂ ਕਿਹਾ ਯਾਰ ਪਤਲਾ ਜਿਹਾ ਬੰਦਾ ਵਕਤ ਪਾਈ ਫਿਰਦਾ ਮੈਨੂੰ? ਕਿਉਂਕਿ ਇਹ ਤੇ ਨਹੀਂ ਕਹਿੰਦਾ ਮੇਰੇ ਕੋਲ ਭੁੱਲਿਆ ਜਾਂਦਾ ਜਿਹੜਾ ਤੁਸੀਂ ਮੇਰੇ ਨਾਲ ਕੀਤੀ ਹੈ। ਮੈਂ ਕਿਹਾ ਜੀ ਮੁੜ ਕੇ ਤੁਸੀਂ ਲੈ ਕੇ ਆ ਜਾਓ, ਫਿਰ ਆਪਾਂ ਨਹੀਂ ਛੱਡਾਂਗੇ ਤੁਹਾਨੂੰ, ਆਪੇ ਭੁੱਲ ਜਾਓਗੇ। ਉਹ ਤੁਹਾਡੇ ਜਥੇਬੰਦੀ ਵਾਲੇ ਮੁੰਡੇ ਹੁੰਦੇ ਆ, ਉਹ ਚਰਚਾ ਕਰਦੇ, ਕਹਿੰਦੇ ਕਿ ਸਟੀਲ ਬਾਡੀ ਹੈ, ਕਹਿੰਦੇ ਸਟੀਲ ਬਾਡੀ ਹੈ, ਭੱਜੀ ਫਿਰਦੇ ਦਿਨ ਰਾਤ। ਨਾ ਚਲੋ, ਸਟੀਲ ਬਾਡੀ ਕੀ ਹੈ, ਤੇ ਮਾਲਕ ਦੀ ਬਖਸ਼ਿਸ਼ ਹੈ, ਬੰਦੇ ਦੇ ਆਪਣੇ ਹੱਥ 'ਚ ਕੀ ਹੁੰਦਾ ਹੈ। ਖੱਟਿਆ ਕੀ ਹੈ? 1 ਸਾਲ ਅੰਦੋਲਨ ਚਲਾਇਆ। ਪਹਿਲਾਂ ਗੁਰਨਾਮ ਸਿੰਘ ਚਡੂਨੀ ਨੂੰ ਪੰਜਾਬ ਦੇ ਲੋਕ ਉਸ ਤਰੀਕੇ ਨਾਲ ਨਹੀਂ ਜਾਣਦੇ ਸੀ ਜਿੱਦਾਂ ਗੁਰਨਾਮ ਸਿੰਘ ਚਡੂਨੀ ਪੰਜਾਬ 'ਚ ਪਾਪੂਲਰ ਹੋ ਗਏ। ਕਿਸ ਤਰੀਕੇ ਨਾਲ ਦੇਖਦੇ ਹੋ? ਇਹ ਪਪੂਲੈਰਿਟੀ ਅੰਦੋਲਨ ਤੱਕ ਸੀਮਿਤ ਮੰਨਦੇ ਹੋ, ਜਾਂ ਫਿਰ ਅੰਦੋਲਨ ਤੋਂ ਬਾਅਦ ਵੀ ਉਸੇ ਤਰ੍ਹਾਂ ਪੰਜਾਬ 'ਚ ਗੁਰਨਾਮ ਚਡੂਨੀ ਨੂੰ ਪਿਆਰ ਮਿਲੂਗਾ? ਨਹੀਂ, ਇਹ ਚੀਜ਼ਾਂ ਬੰਦੇ ਦੇ ਆਪਣੇ ਹੱਥ 'ਚ ਕੁਝ ਵੀ ਨਹੀਂ ਹੁੰਦੀ ਆ, ਇਹ ਤੇ ਉਸ ਮਾਲਕ ਦੀ ਦਇਆ ਹੁੰਦੀ, ਉਹਦਾ ਹੇਰ ਫੇਰ ਹੁੰਦਾ ਹੈ। ਇੱਕ ਟਾਈਮ ਅਰਜਨ ਸੀ, ਉਹੀ ਅਰਜਨ ਸੀ ਜਿਹਦੇ ਤੀਰਾਂ ਤੋਂ ਕੰਬਦੇ ਸੀ। ਇੱਕ ਟਾਈਮ ਉਹੀ ਅਰਜਨ ਸੀ ਜਿਹਦੇ ਤੋਂ ਬਿੱਲਾਂ ਨੇ ਗੋਪੀਆਂ ਖੋਲੀਆਂ। ਇਹ ਬੰਦੇ ਦੇ ਆਪਣੇ ਹੱਥ 'ਚ ਕੁਝ ਵੀ ਨਹੀਂ ਹੈ। ਮੇਰੇ 'ਚ ਕੋਈ ਗੁਣਵੱਤਾ ਨਹੀਂ ਹੈ ਵੀ ਸਾਰਾ ਪੰਜਾਬ ਜਾਣ ਗਿਆ ਇਸ ਕਰਕੇ, ਕੋਈ ਮੇਰੇ ਬੜੀ ਗੁਣਵੱਤਾ ਇਸ ਕਰਕੇ ਜਾਣ ਗਿਆ। ਉੱਪਰ ਵਾਲੇ ਦੀ ਮਿਹਰ ਹੈ, ਬਖਸ਼ਿਸ਼ ਹੈ। ਕਦੋਂ ਉਲਟ ਜੇ ਇੱਕ ਵਾਰੀ ਹੁੰਦਾ, ਉਸੇ ਬੰਦੇ ਨੂੰ ਚੰਗੀ ਨਜ਼ਰ ਨਾਲ ਦੇਖਦੇ ਨੇ,
ਇੱਕੋ ਟਾਈਮ ਹੁੰਦੇ ਉਸੇ ਬੰਦੇ ਨੂੰ ਦੀ ਇੱਕ ਰਾਤ 'ਚ ਨਜ਼ਰ ਬਦਲ ਜਾਂਦੀ ਹੈ, ਉਹਨੂੰ ਉਲਟ ਹੋ ਜਾਂਦੀ ਹੈ ਉਹਦੇ। ਇਹ ਆਪਣੇ ਹੱਥ 'ਚ ਕੁਝ ਨਹੀਂ ਹੁੰਦਾ, ਇਹ ਤੇ ਉਸ ਮਾਲਕ ਦੀ ਮੌਜ ਹੈ। ਇਹ ਤਾਂ ਨਹੀਂ ਕਿਸਾਨ ਅੰਦੋਲਨ ਨੇ ਗੁਰਨਾਮ ਸਿੰਘ ਸਿੱਧੂ ਨੂੰ ਬਹੁਤ ਪਪੂਲਰ ਕਰ ਦਿੱਤਾ, ਰਾਜਨੀਤੀ ਚੋਂ ਤਾਂ ਕਿਤੇ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਉਲਟ ਹੋ ਜੇ, ਲੋਕ ਪਸੰਦ ਕਰਨਾ ਬੰਦ ਕਰ ਦੇਣ। ਨਹੀਂ ਉਹ ਚੀਜ਼ ਨਹੀਂ ਹੈ। ਦੇਖੋ ਹੋਏਗਾ ਤੇ ਕੀ ਰੱਬ ਜਾਣੇ, ਪਰ ਮੈਂ ਕੋਈ ਬਦਨੀਤੀ ਨਾਲ ਉਹਦੇ 'ਚ ਵੀ ਨਹੀਂ ਜਾ ਰਿਹਾ, ਵੀ ਕੋਈ ਬਦਨੀਤੀ ਨਾਲ ਜਾ ਰਿਹਾ ਵਾਂ ਕਿ ਵੀ ਹਾਂ ਹੁਣ ਜੇ ਲੋਕਾਂ ਜਾਣਕਾਰੀ ਹੋ ਗਈ ਤੇ ਹੁਣ ਨਜ਼ਾਰਾ ਲੈ ਲੈ, ਹੁਣ ਬੜਾ ਲੁੱਟ ਪੁੱਟ ਕਰ ਲੈ, ਹੁਣ ਉਹ ਮੈਟਰ ਨਹੀਂ ਹੈ। ਮੈਟਰ ਤੇ ਇਹ ਹੈ ਸਗੋਂ ਕਿ ਜੇ ਉਸ ਮਾਲਕ ਨੇ ਤੈਨੂੰ ਤਾਕਤ ਦਿੱਤੀ ਹੈ ਤੇ ਫਿਰ ਉਹਦੀ ਜਨਤਾ ਵਾਸਤੇ ਹੀ ਇਹਨੂੰ ਖਰਚ ਕਰਦੇ। ਇਸ ਚੀਜ਼ ਨੂੰ ਲੈ ਕੇ ਵੀ ਚਰਚਾ ਚੱਲਦੀ ਹੈ ਚੰਦੂ ਸਾਹਿਬ, ਮੈਂ 2 ਮਿੰਟ ਹੋਰ ਲੈਣੇ ਨੇ ਥੋੜੇ। ਇਸ ਚੀਜ਼ ਨੂੰ ਲੈ ਕੇ ਚਰਚਾ ਚੱਲਦੀ ਹੈ ਕਿ ਲੋਕ ਜ਼ਿਆਦਾ ਜਿੱਤ ਸਕਣ ਨਾ ਜਿੱਤ ਸਕਣ, ਪਰ ਇਹ ਹੈ ਕਿ ਚੁਣਨੀ ਹੁਣੀ ਲੋਕਾਂ ਦੀਆਂ ਵੋਟਾਂ ਖਰਾਬ ਕਰ ਦੇਣਗੇ ਔਰ ਕਿਸੇ ਇੱਕ ਪਾਰਟੀ ਨੂੰ ਫਾਇਦਾ ਮਿਲ ਜਾਣਾ ਉਸਦਾ, ਇਸ ਤਰ੍ਹਾਂ ਦੀ ਸੈਟਿੰਗ। ਇਹ ਤੇ ਲੋਕਾਂ ਦੇ ਆਪੋ ਆਪਣੇ ਸੋਚਣ ਦੀ ਨਜ਼ਰ ਹੈ, ਕੋਈ ਕਿਸ ਨਜ਼ਰ ਨਾਲ ਸੋਚਦਾ ਹੈ। ਮਤਲਬ ਆਮ ਤੌਰ ਤੇ ਹੁੰਦਾ ਹੈ ਜੈਸੀ ਦ੍ਰਿਸ਼ਟੀ ਵੈਸੀ ਸ੍ਰਿਸ਼ਟੀ, ਇਹ ਮੰਨਿਆ ਜਾਂਦਾ ਕਿ ਜਿਹੋ ਜਿਹਾ ਬੰਦੇ ਦਾ ਆਪਣਾ ਦਿਮਾਗ ਹੁੰਦਾ ਹੈ ਉਹ ਸੋਚਦਾ। ਮਤਲਬ ਇੱਕ ਚੋਰ ਨੂੰ ਸਾਰੇ ਚੋਰ ਨਜ਼ਰ ਆਉਣਗੇ, ਹੇਰਾ ਫੇਰੀ ਕਰਨ ਵਾਲੇ ਨੂੰ ਸਾਰੇ ਹੇਰਾ ਫੇਰੀ ਕਰਨ ਵਾਲੇ ਨਜ਼ਰ ਆਉਣਗੇ, ਇੱਕ ਪ੍ਰਾਕ੍ਰਿਤਿਕ ਹੈ। ਤੇ ਸਾਡਾ ਜਿਹੜਾ ਮਕਸਦ ਹੈ ਉਹ ਤੇ ਇਹ ਵੀ ਕਹਿੰਦੇ ਨੇ ਆਹ ਕਾਂਗਰਸ ਤੋਂ ਪੈਸੇ ਲੈ ਗਿਆ, ਦੱਸੋ ਆਹ ਫਲਾਣੇ ਨਾਲ ਉਹਨੂੰ ਫਾਇਦਾ ਪਹੁੰਚਾਉਣ ਵਾਸਤੇ ਖੜਾ ਹੋ ਗਿਆ। ਉਹ ਤੇ ਆਪੋ ਆਪਣੇ ਜਿਹੋ ਜਿਹੀ ਕਿਸੇ ਸਮਝ ਬੋਲੀ ਜਾਂਦਾ ਹੈ, ਪਰ ਵਾਸਤਵਿਕਤਾ ਇਹ ਹੈ ਕਿ ਵੀ ਜਿਹੜਾ ਪੂਰੇ ਦੇਸ਼ ਨੂੰ ਕਾਰਪੋਰੇਟ ਖਾ ਰਿਹਾ, ਪੂੰਜੀਵਾਦ ਖਾ ਰਿਹਾ ਹੈ, ਲੋਕ ਜਿਉਂਦਾ ਰਹਿਣ ਕਾਬਲ ਵੀ ਨਹੀਂ ਬਚੇ, ਆਖਰ ਇਹਨੂੰ ਬਚਾਉਣ ਵਾਸਤੇ ਆਏਗਾ ਕੌਣ? ਇਹਨਾਂ ਰਾਜਨੀਤਿਕ ਪਾਰਟੀਆਂ ਤੋਂ ਉਮੀਦ ਨਹੀਂ ਹੈ। ਤੇ ਮਤਲਬ ਇਹਨਾਂ ਤੋਂ ਉਮੀਦ ਨਹੀਂ ਕਰੀ ਜਾ ਸਕਦੀ ਵੀ ਜਿਹੜੀ ਅਗਲੀ ਪਾਰਟੀ ਆਏਗੀ ਉਹ ਕੋਈ ਚੰਗੇ ਕਾਨੂੰਨ ਲੋਕਾਂ ਦੇ ਹੱਕ ਦੇ ਵਿੱਚ ਲੈ ਕੇ ਆਏਗੀ, ਇਹੋ ਜਿਹੀ ਕੋਈ ਉਮੀਦ ਬਾਕੀ ਨਹੀਂ ਬਚੀ ਹੈ। ਤੁਸੀਂ ਇਹ ਪੱਖ ਲੈ ਕੇ ਚੱਲਦੇ ਹੋ ਕਿ ਜਿੱਦਾਂ ਅੱਜ ਤੁਸੀਂ ਧਰਨਾ ਲਾ ਕੇ ਬੈਠੇ ਹੋ, ਅੱਜ ਆਪਦੀਆਂ ਮੰਗਾਂ ਮਨਾਉਣ ਲਈ ਤੁਸੀਂ ਬੈਠੇ ਹੋ, ਮੰਨ ਲਓ ਤੁਸੀਂ ਕੱਲ ਨੂੰ ਪਾਵਰ ਦੇ ਵਿੱਚ ਆਉਣੇ ਤਾਂ ਤੁਹਾਡੇ ਖਿਲਾਫ ਵੀ ਇਸ ਤਰ੍ਹਾਂ ਧਰਨੇ ਲੱਗਣਗੇ, ਫਿਰ ਤੁਸੀਂ ਕਿੱਦਾਂ ਟੈਕਲ ਕਰੋਗੇ ਚੀਜ਼ਾਂ ਨੂੰ? ਦੇਖੋ ਨੰਬਰ 1 ਚੀਜ਼ ਇਹ ਹੈ ਕਿ ਵੀ ਅਸੀਂ ਉਹਨਾਂ ਮੁੱਦਿਆਂ ਦੇ ਜਿਹੜੇ ਜੜ ਤੱਕ ਦੀ ਗੱਲ ਹੈ ਉਹਦੀ ਸਾਨੂੰ ਜਾਣਕਾਰੀ ਹੈ। ਇੱਕ ਗੱਲ ਤੇ ਇਹ ਹੈ ਜੜ ਤੱਕ ਦੀ ਜਾਣਕਾਰੀ ਦਾ ਮਤਲਬ ਇਹ ਹੈ, ਹੁਣ ਮੈਂ ਤੇ ਹਲ ਵੀ ਚਲਾਇਆ, ਮੈਂ ਤੇ 16 ਘੰਟੇ ਖੇਤ 'ਚ ਵੀ ਕੰਮ ਕੀਤਾ ਹੈ, ਮੈਂ ਤੇ ਰਾਤ ਨੂੰ ਵੀ 2 ਟਿਊਬਵੈੱਲ ਚਲਾਏ ਨੇ, ਇੱਕ ਟਿਊਬਵੈੱਲ ਚਲਾਇਆ, ਸਾਲ ਦੇ ਟਾਈਮ 'ਚ ਵੀ ਚਲਾਏ ਨੇ। ਬਈ ਕਿਹਨੂੰ ਕੀ ਤਕਲੀਫ ਹੈ, ਸਭ ਤੋਂ ਥੱਲੇ ਲੋਕਾਂ ਨੂੰ ਕੀ ਤਕਲੀਫ ਹੈ, ਗਰੀਬ ਬੰਦੇ ਨੂੰ ਕੀ ਤਕਲੀਫ ਹੈ, ਉਹਨਾਂ ਦੀ ਜਾਣਕਾਰੀ ਹੈ। ਨੰਬਰ 1 ਚੀਜ਼ ਤੇ ਇਹ। ਨੰਬਰ 2 ਚੀਜ਼ ਇਹ ਹੈ ਕਿ ਵੀ ਕਰਨ ਦੀ ਨੀਤ ਸਾਫ਼ ਚਾਹੀਦੀ ਹੈ, ਜੇ ਨੀਤ ਸਾਫ਼ ਹੋਏ ਤਾਂ ਸਾਰਾ ਕੁਝ ਕਰ ਸਕਦੇ ਨੇ। ਦੂਜੀ ਗੱਲ ਇਹ ਹੈ ਕਿ ਵੀ ਰਾਜਨੀਤੀ ਦੇ ਲੋਕ ਅਰਥ ਗਲਤ ਸਮਝ ਗਏ। ਫਰਜ਼ ਕਰੋ ਜਿਵੇਂ ਆਮ ਆਦਮੀ ਪਾਰਟੀ ਦੇ 4 MP ਆਏ, ਉਹ 4 MPਆਂ ਨੇ ਚੰਗੀ ਬਹਿਸ ਵੀ ਕੀਤੀ ਅੰਦਰ ਜਾ ਕੇ, ਪਰ ਕਹਿੰਦੇ ਨੇ ਬਹਿਸ ਕਰ ਲਈ ਕੋਈ ਨਹੀਂ ਸੁਣਦਾ, ਤੁਹਾਨੂੰ 4 ਕੀ ਕਰੀਏ, ਇਹ ਗੱਲ ਆਮ ਤੌਰ ਤੇ ਹੁੰਦੀ। ਪਰ ਜੇ ਉਹੀ 4 ਬੰਦੇ ਜੇ ਉਹਨਾਂ ਦੀ ਅੰਦਰ ਗੱਲ ਨਹੀਂ ਸੁਣੀ ਜਾਂਦੀ, ਸੜਕ ਤੇ ਆ ਕੇ ਬਹਿੰਦੇ ਨੇ ਤੇ ਗੱਲ 4 ਗੁਣੀ ਜ਼ਿਆਦਾ ਸੁਣੀ ਜਾਂਦੀ। ਉਹ ਕੰਮ ਨਹੀਂ ਕੀਤਾ ਕਿਸੇ ਵੀ ਆਪੋਜੀਸ਼ਨ ਨੇ। ਹੁਣ ਇਹ ਕਾਨੂੰਨ ਬਣਾਏ ਨੇ, ਜੇ ਕਾਂਗਰਸ ਆ ਕੇ ਸੜਕ ਤੇ ਬਹਿ ਜਾਂਦੀ, ਸਾਨੂੰ ਕੀ ਲੋੜ ਸੀ ਜੀ ਬਹਿਣ ਦੀ? ਡਿਊਟੀ ਉਹਨਾਂ ਦੀ ਸੀ। ਵਿਰੋਧੀ ਧਿਰਾਂ ਨੇ ਆਪਣਾ ਕੰਮ ਠੀਕ ਨਹੀਂ ਨਿਭਾਇਆ। ਨਾ ਨਹੀਂ ਨਿਭਾਇਆ, ਕਿਸੇ ਨੇ ਵੀ ਨਹੀਂ ਨਿਭਾਇਆ। ਪੂਰੇ ਦੇਸ਼ ਦੀ ਰਾਜਨੀਤਿਕ ਪਾਰਟੀਆਂ ਨੂੰ ਇਹ ਸੋਚਣਾ ਚਾਹੀਦਾ ਸੀ ਯਾਰ ਵੋਟਾਂ ਤੇ ਤੁਸੀਂ ਲੈਂਦੇ ਹੋ, ਦੇਸ਼ ਤੁਸੀਂ ਚਲਾਉਣਾ ਹੈ, ਕਰੋ ਨਾ, ਕੁਛ ਨਹੀਂ ਕੀਤਾ। ਹਰਿਆਣਾ ਦੇ ਵਿੱਚ ਵੀ ਇਲੈਕਸ਼ਨ ਲੜੋਗੇ? ਹੈ ਜੀ, ਹਰਿਆਣਾ ਦੇ ਵਿੱਚ ਮੰਨ ਲਓ ਹਜੇ ਟਾਈਮ ਪਿਆ, ਹਰਿਆਣਾ ਦੇ ਵਿੱਚ ਵੀ? ਹਰਿਆਣੇ 'ਚ ਸਾਡੀ ਫਿਰ ਮੈਂ ਦੱਸ ਰਿਹਾ ਵੀ ਸਾਡਾ ਉਹ ਪਲਾਨ ਨਹੀਂ ਹੈ ਜਿਹੜਾ ਤੁਸੀਂ। ਅਸੀਂ ਤਾਂ ਪੰਜਾਬ ਨੂੰ ਇੱਕ ਮਾਡਲ ਬਣਾਉਣਾ ਚਾਹੁੰਦੇ ਹਾਂ। ਅੱਗੇ ਕੋਈ ਆਏ ਰਾਜ ਕਿਸੇ ਦਾ ਆ ਜੇ ਕੱਲ ਨੂੰ ਦੇਸ਼ ਦੇ ਵਿੱਚ, ਕੋਈ ਗੱਲ ਨਹੀਂ, ਪਰ ਆਪਾਂ ਇੱਕ ਸੈਂਪਲ ਤੇ ਦਿਖਾਈ ਦਈਏ ਯਾਰ ਕਿ ਰਾਜ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ, ਸੁਵਿਧਾ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ। ਆਪਾਂ ਇੱਕ ਸੈਂਪਲ ਬਣਾ ਤੇ ਦਈਏ। ਪੰਜਾਬ ਦਾ ਐਂਟਰੀ ਕਰਨ ਦਾ ਦਰਵਾਜ਼ਾ ਹੈ ਰਾਜਨੀਤੀ ਦੇ ਵਿੱਚ। ਪਾਣੀ ਦੀ ਮਾਰੀ ਖੇਤੀ ਪਾਣੀ ਨਾਲ ਹੀ ਹਰੀ ਹੋਏਗੀ। ਇਹ ਰਾਜਨੀਤੀ ਦੇ ਵਿੱਚ ਇੰਟਰ ਕਰਨ ਦਾ ਇੱਕ ਦਰਵਾਜ਼ਾ ਹੈ। ਹਰਿਆਣਾ ਕੋਈ ਮਾਇਨੇ ਨਹੀਂ ਰੱਖਦਾ, ਪੂਰੇ ਦੇਸ਼ 'ਚ ਲੜਾਂਗੇ, ਫਿਰ ਹਰਿਆਣਾ 'ਚ ਕਿਉਂ ਲੜਾਂਗੇ? ਵੱਡੀਆਂ ਪਾਰਟੀਆਂ ਸਾਹਮਣੇ ਗੁਰਨਾਮ ਸਿੰਘ ਚੜੂਨੀ ਟਿਕ ਪਾਉਣਗੇ? ਇਹ ਉਸ ਰੱਬ ਦੀ ਮਰਜ਼ੀ ਹੈ। ਰਾਵਣ ਕੋਲ ਲੰਕਾ ਸੀ ਸੋਨੇ ਦੀ, ਰਾਵਣ ਕੋਲ 1 ਲੱਖ ਪੁੱਤ ਸੀ, 1.25 ਲੱਖ ਨਾਤੀ ਸੀ, ਉਹਨੂੰ ਇੱਛਾ ਮ੍ਰਿਤੂ ਸੀ, ਅੰਮ੍ਰਿਤ ਦਾ ਕਟੋਰਾ ਉਹਦੇ ਪੇਟ ਦੇ ਵਿੱਚ ਸੀ, ਪਰ ਇੱਕ ਬਾਣੇ ਪੈਰਾਂ ਵਾਲੇ ਨੇ, ਜੰਗਲ 'ਚ ਰਹਿਣ ਵਾਲੇ ਨੇ ਮਾਰਤਾ। ਕਿਉਂ? ਉਸ ਮਾਲਕ ਨੇ ਬਖਸ਼ਿਸ਼ ਕੀਤੀ, ਉਸ ਮਾਲਕ ਨੇ ਤਾਕਤ ਦੇ ਦਿੱਤੀ। ਉਹ ਕਿਹਨੂੰ ਤਾਕਤ ਦੇ ਤੇ ਕਿੰਨੀ ਤਾਕਤ ਦੇ ਇਹ ਕੁਝ ਨਹੀਂ ਪਤਾ,
ਜਿਹੜੀ ਵੱਡੀ ਵੱਡੀ ਪਾਰਟੀਆਂ ਹਨ ਨਾ, ਇਹ ਤੇ ਨੱਕ ਰਗੜਦੀ ਵੇਖੀਆਂ ਨੇ ਅਸੀਂ। ਅਖੀਰਲਾ ਸਵਾਲ ਮੇਰਾ ਅੰਦੋਲਨ ਨੂੰ ਲੈ ਕੇ ਹੈ। ਅੰਦੋਲਨ ਕਿੰਨੇ ਦਿਨ ਤੁਹਾਨੂੰ ਲੱਗਦਾ ਕਿ ਹੋਰ ਚੱਲੇਗਾ? ਫਿਰ ਕੀ ਸਰਕਾਰ ਦੀ ਬਾਡੀ ਲੈਂਗੁਏਜ ਤੋਂ ਤੁਹਾਨੂੰ ਪਤਾ ਲੱਗ ਗਿਆ ਹੋਣਾ, ਖੱਟਰ ਉਹਨਾਂ ਦੀ ਬਾਡੀ ਲੈਂਗੁਏਜ ਤੋਂ ਪਤਾ ਲੱਗ ਗਿਆ ਹੋਣਾ, ਜਾਂ ਗੱਲਬਾਤ ਤੋਂ ਪਤਾ ਲੱਗ ਗਿਆ ਹੋਣਾ? ਇੰਨੀ ਬਾਡੀ ਲੈਂਗੁਏਜ ਸਾਡੇ ਕੋਲ ਨਹੀਂ ਪੜ੍ਹਨੀਆਂ ਆਉਂਦੀਆਂ, ਅਸੀਂ ਤਾਂ ਅਨਪੜ੍ਹ ਬੰਦੇ। ਪਰ ਕੁੱਲ ਮਿਲਾ ਕੇ ਪਤਾ ਵੀ 7 ਤਰੀਕ ਨੂੰ ਮੀਟਿੰਗ ਹੋਏਗੀ, 7 ਤੱਕ ਜਿਹੜਾ ਰਿਜ਼ਲਟ ਆਏਗਾ ਉਸ ਤੇ ਫਿਰ ਵਿਚਾਰ ਕਰਾਂਗੇ। ਨਿਬੜਦਾ 7 ਨੂੰ ਚੱਕ ਲਾਂਗੇ, ਨਹੀਂ ਨਿਬੜਦਾ ਅੱਗੇ ਚੱਲ ਪਏਗਾ। ਇੰਨੀ ਕਿਹੜੀ ਟੈਨਸ਼ਨ ਹੈ। ਗੁਰਨਾਮ ਸਿੰਘ ਚੜੂਨੀ ਸਾਡੇ ਨਾਲ ਮੌਜੂਦ ਸਨ। ਗੁਰਨਾਮ ਸਿੰਘ ਚੜੂਨੀ ਬਹੁਤ ਉੱਭਰ ਕੇ ਆਏ। ਹਾਲਾਂਕਿ ਹਰਿਆਣਾ ਦੇ ਵਿੱਚ ਬਹੁਤ ਸਾਰੇ ਅੰਦੋਲਨ ਗੁਰਨਾਮ ਸਿੰਘ ਚੜੂਨੀ ਹੁਣਾਂ ਨੇ ਲੜੇ, ਪਰ ਸ਼ਾਇਦ ਜਿੰਨਾ ਇਸ ਕਿਸਾਨ ਅੰਦੋਲਨ ਨੇ ਗੁਰਨਾਮ ਸਿੰਘ ਚੜੂਨੀ ਹੁਣਾਂ ਨੂੰ ਉੱਪਰ ਉਠਾ ਦਿੱਤਾ, ਸ਼ਾਇਦ ਹੀ ਗੁਰਨਾਮ ਸਿੰਘ ਚੜੂਨੀ ਇੰਨੇ ਪਪੂਲਰ ਹੋ ਸਕਦੇ ਸੀ। ਪਰ ਗੁਰਨਾਮ ਸਿੰਘ ਚੜੂਨੀ ਨੂੰ ਪੰਜਾਬ ਦੇ ਲੋਕ ਵੀ ਪਸੰਦ ਕਰਦੇ ਨੇ, ਹਰਿਆਣਾ ਦੇ ਵੀ ਪਸੰਦ ਕਰਦੇ ਨੇ। ਗੁਰਨਾਮ ਸਿੰਘ ਚੜੂਨੀ ਦਾ ਜੋ ਅੰਦਾਜ਼ ਹੈ ਬੋਲਣ ਦਾ ਜਾਂ ਜੋ ਸਟਾਈਲ ਹੈ, ਇਸ ਨੂੰ ਪਸੰਦ ਕੀਤਾ ਜਾਂਦਾ। ਪਰ ਰਾਜਨੀਤੀ ਦੇ ਵਿੱਚ ਆ ਰਹੇ ਨੇ ਗੁਰਨਾਮ ਸਿੰਘ ਚੜੂਨੀ, ਲੋਕਾਂ ਨੂੰ ਇਲੈਕਸ਼ਨ ਲੜਾਉਣਗੇ ਪੰਜਾਬ ਦੇ ਵਿੱਚ। ਕਹਿੰਦੇ ਅਸੀਂ ਪੰਜਾਬ ਮਾਡਲ ਲੈ ਕੇ ਆਉਣੇ, ਕੁਝ ਕਹਿਣਾ ਚਾਹ ਰਹੇ ਨੇ। ਤੁਸੀਂ ਪ੍ਰੋ ਪੰਜਾਬ ਵਾਲੇ ਵੀ ਮਦਦ ਕਰੋ ਨਾ। ਪ੍ਰੋ ਪੰਜਾਬ ਤਾਂ ਵੈਸੇ ਹੀ ਪ੍ਰੋ ਪੰਜਾਬ ਹੈ ਭਰਾ, ਤੁਸੀਂ ਵੀ ਤੇ ਇਸੇ ਦੇਸ਼ ਦੇ ਹੋ, ਇਸੇ ਦੇਸ਼ ਨੂੰ ਬਚਾਉਣ ਦੀ ਗੱਲ ਕਰ ਰਹੇ ਆ। ਇਹ ਦੇਸ਼ ਬਰਬਾਦ ਨਹੀਂ ਹੋ ਰਿਹਾ, ਇਹ ਦੇਸ਼ 'ਚ ਇਨਸਾਨੀਅਤ ਬਚੀ ਹੈ। ਇਸ ਦੇਸ਼ ਦੇ ਜਿਹੜੀ ਭੁੱਖਮਰੀ ਵਰਤੀ ਹੈ, ਇਹ ਭੁੱਖਮਰੀ ਹੈ ਸੀ ਨਹੀਂ ਸੀ। ਇਹ ਦੇਸ਼ ਤੁਹਾਡਾ ਵੀ ਹੈ, ਇਹ ਦੇਸ਼ ਸਾਰੇ ਜਿੰਨੇ ਮੇਰੀ ਗੱਲ ਪਹਿਲੇ ਦਿਨ ਤੋਂ ਆਪਣਾ ਫਰਜ਼ ਅਦਾ ਕਰ ਰਹੇ ਹਾਂ। ਨਹੀਂ ਪਤਾ ਕਰ ਰਹੇ ਹੋ ਕਿ ਨਹੀਂ ਕਰ ਰਹੇ? ਕਰ ਰਹੇ ਹਾਂ, ਬਿਲਕੁਲ ਕਰ ਰਹੇ ਹਾਂ। ਸਾਨੂੰ ਲੱਗਦਾ ਸੀ ਕਰ ਰਹੇ ਹਾਂ। ਹਾਂ, ਪਰ ਮੈਂ ਤਾਂ ਸਾਰਿਆਂ ਨੂੰ ਤੁਹਾਨੂੰ ਕਹਿ ਰਿਹਾ, ਹੋਰ ਜਿੰਨੇ ਪੱਤਰਕਾਰ ਨੇ ਉਹਨਾਂ ਨੂੰ ਕਹਿ ਰਿਹਾ, ਭਰਾ ਬਚਾਓ ਇਹਨੂੰ। ਹੁਣ ਕੌਣ ਬਚਾਏਗਾ? ਹੁਣ ਅੰਗਰੇਜ਼ ਬਚਾਉਣਗੇ ਆ ਕੇ? ਸਭ ਅਸੀਂ ਤਾਂ ਪਹਿਲੇ ਦਿਨੋਂ ਪੰਜਾਬ ਪੱਖੀ ਜਾਂ ਦੇਸ਼ ਪੱਖੀ ਬਿਲਕੁਲ। ਮੈਨੂੰ ਤੁਸੀਂ ਇਹ ਦੱਸੋ, ਜਿਹੜੇ ਅੰਗਰੇਜ਼ਾਂ ਨੂੰ ਆਪਾਂ ਮਾਰ ਕੇ ਭਜਾਇਆ, ਕੁਰਬਾਨੀਆਂ ਦਿੱਤੀਆਂ, ਉਹਨਾਂ ਅੰਗਰੇਜ਼ਾਂ ਦੀ ਸ਼ਰਨ ਲੈਣੀ ਪੈ ਰਹੀ ਹੈ ਸਾਨੂੰ ਯਾਰ। ਉਹਨਾਂ ਅੰਗਰੇਜ਼ਾਂ ਕੋਲ ਜਾ ਕੇ ਰਹਿਣਾ ਪੈ ਰਿਹਾ, ਅਗਲੀ ਪੀੜ੍ਹੀ ਉੱਥੇ ਰਹਿ ਰਹੀ ਹੈ ਉਹਨਾਂ ਅੰਗਰੇਜ਼ਾਂ ਦੀ ਸ਼ਰਨ 'ਚ, ਜਿਨ੍ਹਾਂ ਨੂੰ ਆਪਾਂ ਕਹਿੰਦੇ ਸੀ ਆ ਅੰਗਰੇਜ਼ ਬੜੇ ਮਾੜੇ ਨੇ। ਉਹ ਸਾਡੀ ਅਣਖ ਨੂੰ ਉਹ ਹੋ ਰਿਹਾ ਹੈ। ਤੇ ਇਹ ਸਾਰੇ ਮੀਡੀਆ ਨੂੰ ਬਚਾਉਣਾ ਚਾਹੀਦਾ ਹੈ। ਸਾਰੇ ਜਿਹੜੇ ਜਿੱਥੋਂ ਤੱਕ ਮੇਰੀ ਗੱਲ ਜਾ ਰਹੀ ਹੈ, ਉਹਨਾਂ ਮੇਰਾ ਕੰਮ ਥੋੜਾ ਹੀ ਹੈ। ਮੈਂ ਕਿਹੜਾ ਰੱਬ ਬਣ ਜਾਣਾ ਹੈ? ਮੇਰੇ ਕੋਲ ਤਾਂ ਬਥੇਰੇ ਰੱਬ ਨੇ। ਹੁਣ ਵੀ ਜਿਹੜਾ ਹੈ ਉਹ ਜਿਹੜਾ ਤੁਸੀਂ ਕਹਿ ਰਹੇ ਹੋ ਨਾ ਚੱਲ ਰਿਹਾ, ਠੀਕ ਹੈ। ਵਿਚਾਰੇ ਸਾਰੇ ਇੱਜ਼ਤ ਨਾਲ ਸਨਮਾਨ ਨਾਲ ਦੇਖਦੇ ਨੇ। ਹੁਣ ਵੀ ਅੱਗੇ ਖਰੇ ਬਚੇ ਨਾ ਬਚੇ ਰੱਬ ਜਾਣੇ। ਪਰ ਇਸ ਦੇਸ਼ ਨੂੰ ਬਚਾਉਣ ਵਾਸਤੇ, ਇਨਸਾਨੀਅਤ ਨੂੰ ਬਚਾਉਣ ਵਾਸਤੇ, ਇਹ ਤਾਂ ਸਾਰਿਆਂ ਦਾ ਹੀ ਧਰਮ ਹੈ। ਇਦੋਂ ਵੱਡਾ ਧਰਮ ਕੀ ਹੋ ਸਕਦਾ ਹੈ? ਅੱਜ 20 ਕਰੋੜ ਲੋਕ ਭੁੱਖੇ ਨੇ ਸਾਡੇ ਦੇਸ਼ ਦੇ ਵਿੱਚ, ਕੌਣ ਬਚਾਉਣ ਆਏਗਾ? ਜੇ ਤੁਹਾਡੇ ਰੌਲਾ ਪਾਇਆ, ਤੁਹਾਡੇ ਪ੍ਰਚਾਰ ਕੀਤਿਆਂ, ਜੇ ਕੋਈ ਵਿਵਸਥਾ ਬਦਲਦੀ ਹੈ, ਹਾਲਾਤ ਬਦਲਦੀ ਹੈ, ਉਹਨਾਂ ਭੁੱਖਿਆਂ ਨੂੰ ਰੋਟੀ ਮਿਲਦੀ ਹੈ, ਇਦੋਂ ਵੱਡਾ ਧਰਮ ਦਾ ਕੰਮ ਹੋਰ ਕਿਹੜਾ ਹੋਏਗਾ? ਸਾਰਿਆਂ ਨੂੰ ਕਰਨਾ ਚਾਹੀਦਾ। ਸੋ ਗੁਰਨਾਮ ਸਿੰਘ ਚੜੂਨੀ ਹੁਣੀ ਸਾਡੇ ਨਾਲ ਮੌਜੂਦ ਸਨ। ਗੁਰਨਾਮ ਸਿੰਘ ਚੜੂਨੀ ਹੁਣੀ ਕਹਿ ਰਹੇ ਕਿ ਅਸੀਂ ਪੰਜਾਬ ਨੂੰ ਇੱਕ ਮਾਡਲ ਦੀ ਤਰ੍ਹਾਂ ਲੈ ਕੇ ਆਉਣਾ ਹੈ, ਪਰ ਦੇਖਣਾ ਹੈ ਕਿ ਲੋਕਾਂ ਦਾ ਸਪੋਰਟ ਕਿਹੋ ਜਿਹਾ ਮਿਲਦਾ ਹੈ। ਕੈਮਰਾ ਪਰਸਨ ਗੁਰਸ਼ਰਨਦੀਪ ਚੀਮਾ ਦੇ ਨਾਲ ਵਿਕਰਮ ਸਿੰਘ, ਪ੍ਰੋ ਪੰਜਾਬ ਟੀਵੀ, ਸਿੰਘੂ ਬਾਰਡਰ, ਦਿੱਲੀ। ਪੰਜਾਬ ਜਿੰਨੀ ਵਾਰੀ ਵੀ ਹਾਰਿਆ ਹੈ, ਆਪਣੇ ਵਰਗੇ ਲੱਗਦੇ ਇਹਨਾਂ ਗੱਦਾਰਾਂ ਕਰਕੇ ਹੀ ਹਾਰਿਆ। ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ, ਕਿਸਾਨ ਮਜ਼ਦੂਰ ਏਕਤਾ। ਪਾਪੇ ਮੈਂ ਵੇਖਿਆ ਤੇਰੇ ਪਿੱਛੇ ਕੋਈ ਨਹੀਂ ਲੱਗਦਾ।